सतगुरा साबित तुम्हारे जानो आपे हम रुलते फिरते कोई बात न पूछता गुर सतगुर संग गिरे हम तापे तन तन गुरु नानक जन केरा तन तन गुरु नानक जन केरा जित मिलिए चुके सब शोक संतापे मार्ग पैर तरीजे सिर दीजे कान ना कीजे आनंद गुणी निधान गुरु गरीब निवाज जी सारी संगत गज के बोलो सतनाम श्री वाहेगुरु जी। शिवा पर मोहे शुभ कर्म दे कहो न डरो अस्यो जल जाए लरू निश्चय करे अपनी जी करो आर सिखो अपने ही मन को लालच हो करता उचरू जब आपकी ओद निधान बने हत हिरण में तब जूझ मरो बेनती मेरी है बेनती संग पे गुरा दिए गरीब नवाज गुरु ग्रंथ साहब महाराज जी के पावन पवित्र चरणों सच बैठी गुरु की साजी नाजी साध संगत इतिहास के पन्ने अर्ज करने वास्ते तुहाडी खिदमत में हाजिर। इतिहास कहने तो पहला कलगी वाले पातशाह गुरु गोबिंद सिंह महाराज के हुक्मां की आपां सारे मिल के पालना करिए। सारी सिख संगत आपो अपनी रसना नूं पवित्र करदे एक आवाज विच कहो जी वाहिगुरु जी का खालसा वाहिगुरु जी की फतेह। अज के दीवान विच साहब कलगी वाले पातशाह महाराज के प्यारे सिख का इतिहास लैके हाजिर है। इतिहास तो बहुत लंबा है जिसनों लड़ीवार गाउण का यत्न करिए तो 2.5-3 घंटे का वक्त चाहिए पर समा अपने पास केवल 1 घंटे का। उस महान गुरसिख की करनी को प्रणाम कर रहा 1 घंटे में उन्होंने इतिहास तुहाडी सेवा दर्ज करके आप जी तो रुख सुलावां। कलगी वाले पातशाह गुरु गोबिंद सिंह महाराज जी आनंदपुर साहब की पावन धरती से चलते चलते महाराज जी लंगर वाले आ रहे। एक नौजवान बच्चा बड़ी रीझ ला के सरबलों के भांडियां की सेवा कर रहा। गुरु गोबिंद सिंह महाराज जी उसके पिछले पासे खलोते उन्होंने वेख रहा है। वो बर्तन साफ करता तो महाराज देखी जाते हैं। सचे पातशाह के वाले कंड है उस बच्चे की ना महाराज को पता भी वो कौन है ते ना भांडे मांजन वाले को पता है बर्तन साफ करने वाले को पता भी कलगी वाले पातशाह पिछे खलोते।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੀਝ ਲਾ ਕੇ ਉਸ ਬੱਚੇ ਨੂੰ ਭਾਂਡੇ ਮਾਂਜਦਿਆਂ ਵੇਖ ਕੇ ਮਹਾਰਾਜ ਜੀ ਉਹਦੇ ਸਾਹਮਣੇ ਖੜੇ ਹੋ ਗਏ, ਸਾਹਮਣੇ ਚਲੇ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਛਾਣ ਲਿਆ ਤੇ ਮਹਾਰਾਜ ਨੇ ਆਖਿਆ, ਕਾਕਾ ਬੜਾ ਚਿਰ ਲਾ ਦੇਣਾ, ਭਾਂਡਿਆਂ ਦੀ ਸਫਾਈ ਕਰਦੇ। ਨਜ਼ਰ ਉਹ ਤਾਂ ਕੀਤੀ ਤੇ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਸਾਹਮਣੇ ਖੜੇ ਸਨ। ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ, ਕਹਿਣ ਲੱਗਾ, ਕਲਗੀ ਵਾਲੇ ਸਤਿਗੁਰੂ ਸੁਣ ਵੀ ਤਾਂ ਹਿਰਦੇ ਨੂੰ ਲੱਗੀ ਹੋਈ ਮੈਲ ਲਾਉਣੀ ਹੋਵੇ ਤੇ ਝੂਠੇ ਭਾਂਡੇ ਮਾਂਜ ਕੇ ਜਿੰਨਾ ਬਰਤਨ ਨੂੰ ਸਾਫ਼ ਕਰਾਂਗੇ ਉਨੀ ਹਿਰਦੇ ਦੀ ਮੈਲ ਲੱਥੇਗੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਆਹ ਨਾਲ ਲਿਬੜੇ ਹੋਏ ਇਸ ਨੌਜਵਾਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਆਪਣੀ ਛਾਤੀ ਨਾਲ ਲਾ ਕੇ ਆਖਿਆ, ਗੁਰੂ ਨਾਨਕ ਦੇ ਘਰ ਦੀਆਂ ਬਖਸ਼ਾਂ ਤੈਨੂੰ ਪ੍ਰਾਪਤ ਹੋਣ। ਉਹ ਸੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ। ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਵਿੱਚੋਂ ਮਹਾਨ ਸ਼ਹੀਦ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਇੱਕ ਅਲੌਕਿਕ ਇਤਿਹਾਸ ਰਚਿਆ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਉਹਦੀ ਲਿਖਾਈ ਵੇਖੀ, ਲਿਖਾਈ ਬੜੀ ਸੁੰਦਰ ਸੀ ਤੇ ਮਹਾਰਾਜ ਜੀ ਕੁਝ ਇਤਿਹਾਸਕ ਵਾਰਤਾਵਾਂ ਉਹਦੇ ਕੋਲ ਲਿਖਾਉਂਦੇ ਸਨ। ਫਿਰ ਮਹਾਰਾਜ ਨੇ ਆਪਣੀ ਨਿਗਰਾਨੀ ਵਿੱਚ ਉਹਨੂੰ ਨੇਜੇਬਾਜ਼ੀ, ਘੋੜਸਵਾਰੀ ਤੇ ਜੰਗੀ ਸ਼ਸਤਰ ਸਿਖਾਉਣ ਦਾ ਕਰਤੱਵ ਮਹਾਰਾਜ ਨੇ ਸਿਖਾਇਆ। ਜਦੋਂ ਆਪਣੇ ਕਰਮ ਵਿੱਚ ਦੀਪ ਸਿੰਘ ਨਿਪੁੰਨ ਹੋ ਗਿਆ ਤੇ ਮਹਾਰਾਜ ਨੇ ਆਖਿਆ, ਦੀਪ ਸਿੰਘਾ ਹੁਣ ਆਪਣੇ ਪਿੰਡ ਚਲੇ ਜਾ। ਮਹਾਰਾਜ ਜੀ ਦੀ ਆਗਿਆ ਪਾ ਕੇ ਮਾਝੇ ਦੀ ਧਰਤੀ ਤੇ ਤਹਿਸੀਲ ਪੱਟੀ ਵਿੱਚ ਪੋਵਿੰਡ ਨਗਰ ਆ ਗਏ। ਮਹਾਰਾਜ ਦਾ ਹੁਕਮ ਸੀ ਉੱਥੇ ਜਾ ਕੇ ਧਰਮਸ਼ਾਲਾ ਕਾਇਮ ਕਰਨੀ, ਗੁਰੂ ਕੀ ਪਵਿੱਤਰ ਬਾਣੀ ਦੀ ਸੰਥਿਆ ਬੱਚਿਆਂ ਨੂੰ ਦੇਣੀ ਔਰ ਜੰਗੀ ਕਰਤੱਵ ਸਿਖਾਉਣੇ। ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ। ਦੁਰ ਲੱਗਿਆ ਮਹਾਰਾਜ ਨੇ ਆਖਿਆ ਸੀ, ਦੀਪ ਸਿੰਘਾ ਜਦੋਂ ਤੇਰੀ ਲੋੜ ਹੋਈ ਅਸੀਂ ਤੈਨੂੰ ਯਾਦ ਕਰ ਲਵਾਂ। ਜੀ ਤੇ ਨਹੀਂ ਸੀ ਕਰਦਾ ਮਹਾਰਾਜ ਦੇ ਚਰਨਾਂ ਨਾਲੋਂ ਵਿਛੜਨ ਤੋਂ, ਪਰ ਹੁਕਮ ਦੀ ਪਾਲਣਾ ਕੀਤੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਦੀਪ ਸਿੰਘ ਆਪਣੇ ਨਗਰ ਦੀ ਧਰਮਸ਼ਾਲਾ ਵਿੱਚ, ਜਿਹੜੀ ਧਰਮਸ਼ਾਲਾ ਅਸੀਂ ਆਪਣੀ ਅੱਖੀਂ ਵੇਖੀ ਹੈ ਕਿਉਂਕਿ ਸਾਡੇ ਇਲਾਕੇ ਵਿੱਚ ਹੀ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਬਾਬਾ ਦੀਪ ਸਿੰਘ ਸਾਹਿਬ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ, ਜੋ ਮਹਾਰਾਜ ਨੇ ਕਿਹਾ। ਇਧਰੋਂ ਮਹਾਨ ਜੰਗਾਂ ਲੜਨ ਤੋਂ ਬਾਅਦ ਸਾਹਿਬ ਕਲਗੀ ਵਾਲੇ ਪਾਤਸ਼ਾਹ ਜੀ ਖਦਰਾਣੇ ਦੀ ਜੰਗ ਲੜ ਕੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਏ, ਜਿਹਨੂੰ ਤਲਵੰਡੀ ਸਾਬੋ ਕੀ ਕਿਹਾ ਜਾਂਦਾ। ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਪ ਸਿੰਘ ਨੂੰ ਸੁਨੇਹਾ ਭੇਜਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਚਲੇ। ਹਜ਼ੂਰ ਨੇ ਆਖਿਆ, ਅਸੀਂ ਜਾਣਾ ਹੈ ਦੱਖਣ ਵੱਲੇ ਤੇ ਦੀਪ ਸਿੰਘ ਜੀ ਇਥੋਂ ਦੀ ਜ਼ਿੰਮੇਵਾਰੀ ਤੁਹਾਡੀ, ਕਿਉਂਕਿ ਉੱਥੇ ਮਹਾਰਾਜ ਨੇ ਦੀਪ ਸਿੰਘ ਕੋਲੋਂ ਦਮਦਮੇ ਵਾਲੀਆਂ ਬੀੜਾਂ ਲਿਖਵਾਈਆਂ ਸਨ ਔਰ ਉਹੀ ਕਰਮ ਜੋ ਆਪਣੇ ਪਿੰਡ ਵਿੱਚ ਕਰਦੇ ਸੀ। ਗੁਰੂ ਕੀ ਕਾਸ਼ੀ ਦਾ ਖਿਤਾਬ ਦੇ ਕੇ ਮਹਾਰਾਜ ਨੇ ਆਖਿਆ, ਤੁਸੀਂ ਇੱਥੋਂ ਦਾ ਪ੍ਰਬੰਧ ਸੰਭਾਲੋ। ਆਪ ਮਹਾਰਾਜ ਜੀ ਨੰਦੇੜ ਵੱਲੇ ਚਲੇ ਗਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਨਿਤ ਕਰਮ ਨੂੰ ਉੱਥੇ ਕਰ ਰਹੇ। ਗੁਰੂ ਕੀ ਬਾਣੀ ਦੀ ਸੰਥਿਆ ਕਰਵਾਉਂਦੇ ਨੇ ਗੁਰੂ ਕੀ ਕਾਸ਼ੀ ਵਿਖੇ, ਨਾਲ ਬੀੜਾਂ ਦਾ ਉਤਾਰਾ ਵੀ ਕਰਦੇ ਨੇ ਔਰ ਟਕਸਾਲ ਵਿੱਚੋਂ ਸਿੱਖਾਂ ਨੂੰ ਵਿਦਿਆਰਥੀ ਬਣਾ ਕੇ, ਪ੍ਰਚਾਰਕ ਬਣਾ ਕੇ ਥਾਂ ਤੇ ਤੁਰ ਰਹੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਉਸ ਟਕਸਾਲ ਵਿੱਚ 500 ਦੇ ਕਰੀਬ ਸਿੱਖ ਉੱਥੇ ਬਾਣੀ ਦੀ ਸੰਥਿਆ ਕਰਦੇ। ਬਾਬਾ ਦੀਪ ਸਿੰਘ ਸਾਹਿਬ ਤੱਕ ਇੱਕ ਪੰਜਾਬ ਦੀ ਧਰਤੀ ਤੋਂ, ਮਾਝੇ ਦੀ ਧਰਤੀ ਤੋਂ ਗਿਆ ਹੋਇਆ ਸਿੱਖ ਦਮਦਮਾ ਸਾਹਿਬ ਜਾ ਪਹੁੰਚਾ ਤੇ ਕਹਿੰਦਾ ਹੈ, ਬਾਬਾ ਜੀ ਅਰਦਾਸ ਵਿੱਚ ਇਸ ਹਰਿਮੰਦਰ ਸਾਹਿਬ ਦੀ ਚੜ੍ਹਦੀ ਕਲਾ ਲਈ ਅਸੀਂ ਸ਼ਬਦ ਪੜ੍ਹਦੇ ਹਾਂ, ਅੰਮ੍ਰਿਤਸਰ ਦੇ ਝੰਡੇ ਬੁੰਗੇ ਜੁਗੋ ਜੁਗ ਅਟਲ ਰੱਖਣੇ, ਉਹ ਅਟਲ ਨਹੀਂ ਰਹਿ ਗਏ। ਬਾਬਾ ਦੀਪ ਸਿੰਘ ਸਾਹਿਬ ਜੀ ਸਵਾਲ ਕਰਦੇ, ਕੀ ਹੋਇਆ? ਅਬਦਾਲੀ ਦਾ ਭੇਜਿਆ ਹੋਇਆ ਜਹਾਨ ਖਾਨ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆ ਗਿਆ। ਸਰੋਵਰ ਪੂਰਿਆ ਜਾ ਰਿਹਾ, ਹਰਿਮੰਦਰ ਸਾਹਿਬ ਦਾ ਅਪਮਾਨ ਕੀਤਾ ਜਾਂਦਾ ਹੈ, ਧੀਆਂ ਦੀ ਆਬਰੂ ਲੁੱਟੀ ਜਾ ਰਹੀ ਹੈ, ਕਮਜ਼ੋਰ ਲੋਕਾਂ ਨੂੰ ਦਬਾਇਆ ਜਾਂਦਾ ਹੈ। ਜਹਾਨ ਖਾਨ ਬੜਾ ਵੱਡਾ ਜ਼ੁਲਮ ਢਾ ਰਿਹਾ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹੱਥ ਵਿੱਚ ਕਲਮ ਸੀ, ਗੁਰਬਾਣੀ ਦੀਆਂ ਪੋਥੀਆਂ ਲਿਖ ਰਹੇ ਸਨ। ਕਲਮ ਰੱਖ ਦਿੱਤੀ ਗੁਰੂ ਦੇ ਸ਼ੇਰ ਨੇ, ਵੀਰਾ ਸਿਰ ਦੇ ਵਿੱਚ ਪੈਦਾ ਹੋ ਗਿਆ। 500 ਦੇ ਉਹਨਾਂ ਦੇ ਅਧੀਨ ਸੀ, ਫਿਰ ਬਾਕੀ ਹੋਰ ਵੀ ਇਕੱਠੇ ਕਰਨੇ ਸਨ। ਆਪਣੇ ਭਤੀਜੇ ਸੱਦਾ ਸਿੰਘ ਨੂੰ ਉੱਥੋਂ ਦੀ ਜ਼ਿੰਮੇਵਾਰੀ ਦੇ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਤੁਰ ਲੱਗੇ। 500 ਨੂੰ ਤਿਆਰੀ ਦਾ ਹੁਕਮ ਦਿੱਤਾ। ਇਤਿਹਾਸ ਦੇ ਪੰਨੇ ਦੱਸਦੇ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਸੀ ਦੇ ਪੁੱਤਰ ਚੀਚੇ ਦੇ ਰਹਿਣ ਵਾਲੇ ਬਾਬਾ ਨੌਬ ਸਿੰਘ ਸਾਹਿਬ ਵੀ ਉੱਥੇ ਮੌਜੂਦ ਸਨ। ਬਾਬਾ ਨੌਬ ਸਿੰਘ ਸਾਹਿਬ ਜੀ ਨੂੰ ਬਾਬਾ ਦੀਪ ਸਿੰਘ ਦੀ ਪਹਿਲਾਂ ਜ਼ਿੰਮੇਵਾਰੀ ਦੇਣ ਲੱਗੇ ਵੀ ਤੁਸੀਂ ਇੱਥੋਂ ਦਾ ਪ੍ਰਬੰਧ ਸੰਭਾਲੋ,
ਅਸੀਂ ਚੱਲੇ ਹਾਂ ਜੰਗ ਲੜਨ ਵਾਸਤੇ ਹਰਿਮੰਦਰ ਸਾਹਿਬ ਦੀ ਆਜ਼ਾਦੀ ਵਾਸਤੇ। ਤੇ ਬਾਬਾ ਨੌਰ ਸਿੰਘ ਸਾਹਿਬ ਨੇ ਆਖਿਆ ਮੇਰੇ ਵਿੱਚ ਕੀ ਕਮਜ਼ੋਰੀ ਆ ਮੈਨੂੰ ਉਸ ਜੰਗ ਵਿੱਚ ਸ਼ਾਮਲ ਨਹੀਂ ਕੀਤਾ ਜਾਏ। ਬਾਬਾ ਦੀਪ ਸਿੰਘ ਨੇ ਆਖਿਆ ਬਾਬਾ ਨੌਰ ਸਿੰਘ ਜੀ ਤੁਸੀਂ ਉਮਰ ਕਰਕੇ ਵੱਡੇ ਹੋ, ਤੁਸੀਂ ਬਜ਼ੁਰਗ ਹੋ। ਬਾਬਾ ਨੌਰ ਸਿੰਘ ਸਾਹਿਬ ਨੇ ਆਖਿਆ ਮੇਰਾ ਦਾੜਾ ਚਿੱਟਾ ਵੇਖ ਕੇ ਬਜ਼ੁਰਗੀ ਦਾ ਅੰਦਾਜ਼ਾ ਨਾ ਲਾਓ, ਮੈਂ ਜਵਾਨਾਂ ਵਾਂਗ ਲੜਾਂਗਾ ਮੈਦਾਨੇ ਜੰਗ। ਇਤਿਹਾਸ ਦੇ ਪੰਨੇ ਦੱਸਦੇ ਨੇ ਤਲਵਾਰ ਬੇਮਿਆਨ ਕੀਤੀ, ਢਾਲਾ ਹੱਥ ਵਿੱਚ ਫੜਿਆ ਬਾਬਾ ਨੌਰ ਸਿੰਘ ਨੇ। 93 ਸਾਲ ਦੀ ਉਮਰ ਹੈ ਬਾਬਾ ਨੌਰ ਸਿੰਘ ਸਾਹਿਬ। ਤਲਵਾਰ ਫੜ ਕੇ ਗਦਕੇ ਦਿਓ ਯੋਰ ਉਖਾਏ ਪੈਂਦਰੇ ਬਦਲ ਬਦਲ ਕੇ ਬਾਬਾ ਦੀਪ ਸਿੰਘ ਨੇ ਮੁਸਕਰਾ ਕੇ ਆਖਿਆ ਬਾਬਾ ਨੌਰ ਸਿੰਘ ਸਾਹਿਬ ਜੀ ਸਜੀ ਮੁੰਜੀ ਤੁਸੀਂ ਤਾਂ ਬੁਢਾਪੇ ਵਿੱਚ ਜਵਾਨੀ ਪੈਦਾ ਕਰ। ਸਦਾ ਸਿੰਘ ਨੂੰ ਜ਼ਿੰਮੇਵਾਰੀ ਦੇ ਦਿੱਤੀ, 500 ਨਾਲ ਲਿਆ। ਫਿਰ ਬਾਬਾ ਜੀ ਨੇ ਮਾਲਵੇ ਦੀ ਧਰਤੀ ਤੇ ਘੋੜਾ ਫੇਰਿਆ ਤੇ 5000 ਦਾ ਇਕੱਠ ਹੋ ਗਿਆ। ਦਰਿਆ ਸਤਲੁਜ ਨੂੰ ਪਾਰ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਮਾਝੇ ਦੀ ਧਰਤੀ ਤੇ ਆਏ। 5000 ਦਾ ਇਕੱਠ ਮਾਝੇ ਵਿੱਚ ਹੋਇਆ। ਬਾਬਾ ਜੀ ਨੂੰ ਖਬਰਾਂ ਮਿਲ ਰਹੀਆਂ ਸਨ 10,000 ਜਹਾਨ ਖਾਨ ਦੀ ਆਪਣੀ ਫੌਜ ਹੈ ਤੇ 30,000 ਮਲਖਈਆ ਉਹਨੇ ਇਕੱਠਾ ਕੀਤਾ। 40,000 ਦੇ ਕਰੀਬ ਫੌਜ ਲੈ ਕੇ ਜਹਾਨ ਖਾਨ ਅੰਮ੍ਰਿਤਸਰ ਤੇ ਕਬਜ਼ਾ ਕਰਕੇ ਬੈਠਾ। ਬਾਬਾ ਦੀਪ ਸਿੰਘ ਸਾਹਿਬ ਜੀ 10,000 ਸਿਰ ਲੱਤ ਸੂਰਮਿਆਂ ਦਾ ਜਥਾ ਲੈ ਕੇ 5000 ਮਾਲਵੇ ਦੀ ਧਰਤੀ ਤੋਂ ਨਾਲ ਤੁਰਿਆ ਤੇ 5000 ਮਾਝੇ ਦੀ ਧਰਤੀ, 10,000 ਅਕਾਲੀ ਸੈਨਾ ਨੂੰ ਨਾਲ ਲੈ ਕੇ ਕੌਮ ਦਾ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਚਲਦੇ ਚਲਦੇ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੱਕ। 1591 ਈਸਵੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝੇ ਦੀ ਧਰਤੀ ਦੇ ਸਿੱਖੀ ਦਾ ਕੇਂਦਰ ਕਾਇਮ ਕੀਤਾ ਤੇ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਮਹਾਰਾਜ ਦੀ ਰਸਨਾ ਤੋਂ ਸ਼ਬਦ ਸੁਣ ਕੇ ਗੁਰਮਤਿ ਦਾ ਪ੍ਰਚਾਰ ਸੁਣ ਕੇ ਸਿੱਖੀ ਬਣਾਉਂਦਿਆਂ ਕਬਰਖਾਨੇ ਢਾਹ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਬਣ ਗਏ। ਉਹ ਤਰਨਤਾਰਨ ਸਾਹਿਬ ਦੀ ਪਾਵਨ ਧਰਤੀ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਆਏ। ਬਾਕੀ ਸਿੱਖ ਸੈਨਾ ਮਗਰ ਹੈ ਤੇ ਕੌਮ ਦਾ ਜਥੇਦਾਰ ਅੱਗੇ ਖੜਾ ਹੈ। ਪਾਲਿਆ ਗਲ ਵਿੱਚ ਪੱਲਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬਾਬਾ ਦੀਪ ਸਿੰਘ ਜੀ ਅਰਦਾਸ ਕਰ ਰਹੇ ਨੇ। ਅਰਦਾਸ ਤੇ ਅਸੀਂ ਵੀ ਕਰਦੇ ਹਾਂ, ਅਰਦਾਸ ਤੁਸੀਂ ਵੀ ਕਰਦੇ ਹੋ। ਅਰਦਾਸ ਕਿਸੇ ਦੇਸ਼ ਦੀ ਫੌਜ ਦੁਸ਼ਮਣ ਨਾਲ ਲੜਨ ਤੋਂ ਪਹਿਲਾਂ ਆਪਣੇ ਧਰਮ ਇਸ਼ਟ ਅੱਗੇ ਕਰਦੀ ਹੈ, ਪਰ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਵਿੱਚ ਵਿਲੱਖਣਤਾ ਹੈ। ਇਹ ਅਰਦਾਸ ਸ਼ਾਇਦ ਪਹਿਲੀ ਵਾਰ ਹੀ ਸੁਣਨ ਵਿੱਚ ਆਈ ਹੋਵੇ। ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਐਸੀ ਅਰਦਾਸ ਹੈ ਜਿਹੜੀ ਬਾਬਾ ਦੀਪ ਸਿੰਘ ਨੇ ਕੀਤੀ। ਇਹੋ ਜਿਹੀ ਅਰਦਾਸ ਕਿਸੇ ਵੀ ਨਹੀਂ ਕੀਤੀ। ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਖਲੋ ਕੇ ਪਾ ਕੇ ਗਲ ਵਿੱਚ ਪੱਲਾ ਸਿੰਘਾਂ ਦੇ ਸਾਹਮਣੇ ਉਹਨਾਂ ਦੀ ਅਗਵਾਈ ਕਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇੱਕ ਅਰਦਾਸ ਕਰ ਰਹੇ ਨੇ। ਕੀ ਆਖ ਰਹੇ ਸਨ? ਸੀਤਲ ਜੀ ਦੇ ਲਿਖੇ ਹੋਏ ਬੋਲ ਤੁਹਾਡੀ ਸੇਵਾ ਤੇ ਹੁਣ ਕੀ
ਸੀਸ ਨਿਵਾ ਕੇ। ਜਦੋਂ ਐਲੋਪੈਥੀ ਤਕਨੀਕ ਹੋਂਦ ਵਿੱਚ ਨਹੀਂ ਸੀ ਆਈ, ਉਦੋਂ ਹਕੀਮ ਲੋਕ ਬਿਮਾਰ ਲੋਕਾਂ ਦਾ, ਅਪਾਹਜ ਲੋਕਾਂ ਦਾ ਇਲਾਜ ਕਰਿਆ ਕਰਦੇ ਸਨ। ਕੋਈ ਬੰਦਾ ਮੂਰਛਿਤ ਪੈ ਜਾਵੇ, ਹਕੀਮ ਉਹਦੀ ਨਬਜ਼ ਤੇ ਹੱਥ ਰੱਖ ਕੇ ਵੇਖਦਾ ਸੀ, ਪਤਾ ਨਾ ਲੱਗੇ ਬੰਦਾ ਜਿਉਂਦਾ ਕਿ ਮਰ ਗਿਆ। ਦੂਜਾ ਤਰੀਕਾ ਹਕੀਮ ਵਰਤਦਾ ਸੀ, ਉਹਦੀਆਂ ਅੱਖਾਂ ਵਿੱਚ ਰੌਸ਼ਨੀ ਪਾਈ ਜਾਂਦੀ ਸੀ। ਜੇ ਰੌਸ਼ਨੀ ਤੋਂ ਹੀ ਪਤਾ ਨਾ ਲੱਗੇ ਵੀ ਬੰਦਾ ਜਿਉਂਦਾ ਕਿ ਮਰਿਆ, ਫਿਰ ਆਖਰੀ ਤਰੀਕਾ ਸੀ ਪਰਖਣ ਲਈ ਵੀ ਇਹ ਜਿਉਂਦਾ ਕਿ ਮਰ ਚੁੱਕਾ ਹੈ। ਲਾਲ ਜਾਂ ਹਰੀਆਂ ਮਿਰਚਾਂ ਘੋਟ ਕੇ ਉਹਨਾਂ ਦਾ ਪਾਣੀ ਕੱਢ ਕੇ ਬੰਦੇ ਦੀਆਂ ਅੱਖਾਂ ਖੋਲ ਕੇ ਵਿੱਚ ਪਾਇਆ ਜਾਂਦਾ ਸੀ। ਜੇ ਤਾਂ ਜਿਉਂਦਾ ਹੋਏ ਤੜਪ ਉੱਠਦਾ, ਜੇ ਮਰ ਗਿਆ ਫਿਰ ਤਾਂ ਖਤਮ ਕਹਾਣੀ। ਕਿਸੇ ਕੌਮਾਂ ਦੀ ਠੀਕ ਇਸੇ ਤਰ੍ਹਾਂ ਗੈਰਤ ਤੇ ਅਣਖ ਪਰਖਣੀ ਹੋਵੇ ਵੀ ਕੌਮਾਂ ਮਰ ਗਈਆਂ ਕਿ ਜਿਉਂਦੀਆਂ, ਉਹਨਾਂ ਦੇ ਧਾਰਮਿਕ ਤੀਰਥ ਨਾਲ ਛੇੜਛਾੜ ਕੀਤੀ ਜਾਂਦੀ, ਉਹਨਾਂ ਦੇ ਧਰਮ ਨਾਲ ਛੇੜਛਾੜ ਕੀਤੀ ਜਾਂਦੀ ਹੈ। ਜਿਉਂਦੀਆਂ ਕੌਮਾਂ ਆਪਣੀ ਧਰਮ ਨਾਲ ਜਿਉਂਦੇ ਜਾਣੇ ਕਿਸੇ ਨੂੰ ਛੇੜਛਾੜ ਕਰਨ ਦੀ ਆਗਿਆ ਨਹੀਂ ਦਿੰਦੀਆਂ। ਅਬਦਾਲੀ ਦਾ ਭੇਜਿਆ ਹੋਇਆ ਜਹਾਨ ਖਾਨ ਸਿੱਖਾਂ ਦੀ ਗੈਰਤ ਜਮਾਉਣ ਵਾਸਤੇ ਆਇਆ ਸੀ ਵੀ ਕੌਮ ਮਰ ਗਈ ਕਿ ਜਿਉਂਦੀ। ਬਾਬਾ ਦੀਪ ਸਿੰਘ ਵਰਗੇ ਸੂਰਮੇ ਜਿਉਂਦੇ ਸਨ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਅਰਦਾਸਾਂ ਕਰਨ ਵਾਲੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਤੀਰਥ ਤੇ ਖਲੋ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਅਰਦਾਸ ਕਰ ਰਹੇ। ਮੈਂ ਜ਼ਿਕਰ ਕਰ ਰਿਹਾ, ਅਰਦਾਸ ਅਸੀਂ ਵੀ ਕਰਦੇ ਹਾਂ। ਕਈ ਵਾਰੀ ਬੰਦਾ ਅਰਦਾਸ ਕਰਦਾ ਕਰਦਾ ਕਹਿੰਦਾ ਵੀ ਬਾਬਾ ਜੇ ਮੇਰੀ ਆਹ ਗੱਲ ਪੂਰੀ ਨਾ ਹੋਈ ਮੈਂ ਕੋਠੇ ਤੋਂ ਛਾਲ ਮਾਰ ਕੇ ਮਰ ਜਾਵਾਂ। ਕੋਈ ਕਹਿੰਦਾ ਬਿਜਲੀ ਦੀ ਤਾਰ ਹੱਥ ਵਿੱਚ ਫੜ ਕੇ ਆਪਣੀ ਮੌਤ ਕਰ ਲਵਾਂ। ਕੋਈ ਕਹਿੰਦਾ ਜ਼ਹਿਰੀਲੀ ਵਸਤੂ ਖਾ ਕੇ ਹੱਥ ਮੱਧਿਆ ਕਰ ਲਵਾਂ। ਬਾਬਾ ਦੀਪ ਸਿੰਘ ਜੀ ਅਰਦਾਸ ਕਰ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਹਾਡੇ ਬਣਾਏ ਹੋਏ ਹਰਿਮੰਦਰ ਸਾਹਿਬ ਉੱਤੇ ਗੈਰਾਂ ਦਾ ਕਬਜ਼ਾ ਹੈ। ਮੈਂ ਤੁਹਾਡਾ ਅਜਨਾ ਜਿਹਾ ਸਿੱਖ ਤੁਹਾਡੇ ਪਾਵਨ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਅੱਜ ਸ਼ਾਮ ਦੀ ਰਹਿ ਰਾਸ ਮੈਂ ਲਹੂ ਵਿੱਚ ਚੁੱਭੀਆਂ ਲਾ ਕੇ ਕਰਾਂਗਾ ਤੇ ਜਿੰਨਾ ਚਿਰ ਹਰਿਮੰਦਰ ਸਾਹਿਬ ਗੈਰਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦਾ, ਉਹਨਾਂ ਚਿਰ ਜਾਮੇ ਸ਼ਹਾਦਤ ਨਹੀਂ ਪੀਵਾਂਗਾ, ਸ਼ਹੀਦ ਨਹੀਂ ਹੋਵਾਂਗਾ। ਮਰਨਾ ਬੰਦੇ ਦੇ ਹੱਥ ਨਹੀਂ, ਪਰਮੇਸ਼ਰ ਦੇ ਹੱਥ ਹੈ ਜੰਮਣਾ ਤੇ ਮਾਰਨਾ। ਪਰ ਕਿੰਨਾ ਮਾਣ ਹੈ ਆਪਣੀ ਅਰਦਾਸ ਉੱਤੇ, ਕਿੰਨਾ ਮਾਣ ਹੈ ਆਪਣੇ ਗੁਰੂ ਉੱਤੇ। ਜਿੰਨਾ ਚਿਰ ਹਰਿਮੰਦਰ ਸਾਹਿਬ ਗੈਰਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦਾ, ਉਹਨਾਂ ਚਿਰ ਜਿਉਂਦਾ ਰਹਾਂਗਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ। ਇਤਿਹਾਸਕਾਰਾਂ ਨੇ ਕੁਝ ਜ਼ਿਕਰ ਕੀਤਾ ਵੀ ਹੋਣੀ ਪ੍ਰਗਟ ਹੋ ਗਈ। ਉਹਨੇ ਆਖਿਆ ਬਾਬਾ ਦੀਪ ਸਿੰਘਾ ਅਰਦਾਸ ਤੇ ਕਰ ਦਿੱਤੀ ਪਰ ਤੇਰੇ ਲਫ਼ਜ਼ ਸੁਧਾਰਨ ਵਾਲੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਕੀ ਭੁਲੇਖਾ। ਹੋਣੀ ਨੇ ਆਖਿਆ ਸੰਸਾਰ ਮੇਰਾ ਖਾਜਾ ਹੈ, ਮੈਂ ਕਿਸੇ ਦੀ ਇਹੋ ਜਿਹੀ ਅਰਦਾਸ ਜਿਹੜੇ ਸ਼ਬਦ ਤੂੰ ਵਰਤੇ ਪੂਰਨ ਨਹੀਂ ਹੋਣ ਦਿੱਤੇ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਉਹ ਹੋਰ ਹੋਣਗੇ ਮਰਦੇ ਉਹ ਕਹਤੇ ਹੈ ਕਰਕੇ ਵੀ ਦਿਖਾ ਦੇ। ਅੰਮ੍ਰਿਤ ਖੰਡੇ ਦਾ ਹੋਵੇ ਜਿਸ ਪਾਨ ਕੀਤਾ, ਅੰਮ੍ਰਿਤ ਖੰਡੇ ਦਾ ਹੋਵੇ ਜਿਸ ਪਾਨ ਕੀਤਾ, ਬਾਣੀ ਗੁਰੂ ਦੀ ਮੁਖ ਚੋਂ ਪੜੀ ਹੋਵੇ, ਜੰਗ ਵਾਸਤੇ ਜੇਕਰ ਅਰਦਾਸ ਕਰੀਏ, ਤੇਗ ਸੂਰਮੇ ਹੱਥ ਵਿੱਚ ਫੜੀ ਹੋਵੇ। ਉਦੋਂ ਕਿਸੇ ਦੀ ਨਹੀਂ ਪਰਵਾਹ ਕਰਦਾ, ਮਸਤੀ ਜਦੋਂ ਮਸਤਾਨੇ ਨੂੰ ਚੜੀ ਹੋਵੇ, ਕਦੇ ਪਿੱਛੇ ਨਾ ਪਰਤਦਾ ਦਰਦੀਆ ਓਏ, ਭਾਵੇਂ ਮੌਤ ਵੀ ਸਾਹਮਣੇ ਖੜੀ ਹੋਵੇ, ਭਾਵੇਂ ਮੌਤ ਵੀ ਸਾਹਮਣੇ ਖੜੀ ਹੋਵੇ। ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਹੋਣੀਏ ਮਰਦ ਜੋ ਕਹਤੇ ਹੈ ਕਰਕੇ ਵੀ ਦਿਖਾ ਦੇ। ਤੇ ਹੋਣੀ ਨੇ ਆਖਿਆ ਮੈਂ ਤੇਰੇ ਬੋਲ ਪੂਰੇ ਨਹੀਂ ਚੜਨ ਦੇਣੇ। ਤੇ ਬਾਬਾ ਜੀ ਨੇ ਆਖਿਆ ਮੈਂ ਅਰਦਾਸ ਕੀਤੀ, ਮੈਂ ਗੁਰੂ ਦਾ ਸਿੰਘ ਹਾਂ, ਆਪਣੇ ਬੋਲਾਂ ਤੇ ਪੂਰਾ ਉਤਰਾਂ। ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦੀ ਜੰਗ ਦੇ ਲਾੜੇ ਬਣ ਕੇ ਅਗਵਾਈ ਕਰਦੇ ਹੋਏ ਅੰਮ੍ਰਿਤਸਰ ਵਾਲੇ ਪਾਸੇ ਤੁਰੇ। ਤਰਨਤਾਰਨ ਸਾਹਿਬ ਦੀ ਪਾਵਨ ਧਰਤੀ ਤੇ ਤੁਸੀਂ ਦਰਸ਼ਨ ਕਰ ਲਈ ਜਾਓ। ਉੱਥੇ ਗੁਰਦੁਆਰਾ ਹੁੰਦਾ ਲਕੀਰ ਸਾਹਿਬ। ਬਾਬਾ ਦੀਪ ਸਿੰਘ ਸਾਹਿਬ ਜੀ ਅਗਵਾਈ ਕਰ ਰਹੇ ਸਨ। ਅੱਗੇ ਸੀ ਆਪਣੀ ਫੌਜ ਦੇ
ਅੱਗੇ ਅੱਗੇ ਜਾਂਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚੱਲਦੇ ਕਦਮ ਰੋਕੇ ਜੋ ਧਾਰਾ ਖੰਡਾ ਬੇਬਿਆਨ ਕੀਤਾ। 10,000 ਸੂਰਮਾ ਸਾਹਮਣੇ ਖੜਾ ਸੀ। ਬਾਬਾ ਜੀ ਨੇ ਖੰਡੇ ਦੀ ਨੋਕ ਨਾਲ ਚੜ੍ਹਦੇ ਲਹਿੰਦੇ ਵਾਲੇ ਪਾਸੇ ਨੂੰ ਇੱਕ ਲੰਬੀ ਲੀਕ ਖਿੱਚ ਦਿੱਤੀ। ਲੀਕ ਖਿੱਚ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ, ਉਹ ਮਰਦੋ, ਹਰਮੰਦਰ ਸਾਹਿਬ ਦੀ ਆਜ਼ਾਦੀ ਲਈ ਅਕਾਲੀ ਸੈਨਾ ਜਾ ਰਹੀ ਹੈ, ਤੇ ਯਾਦ ਰੱਖਣਾ ਉਹੀ ਬੰਦਾ ਇਸ ਲੀਕ ਤੋਂ ਪਾਰ ਹੋਇਓ ਜਿਹਦੇ ਦਿਲ ਵਿੱਚ ਮਰਨ ਚਾਹ, ਜਿਹਨੇ ਸ਼ਹਾਦਤ ਦਾ ਬਾਟਾ ਛਕਾ, ਜਿਹਦਾ ਘਰ ਖਿਆਲ ਜਾਂਦਾ ਮੁੜ ਮੁੜ ਕੇ ਉਹ ਲੀਕ ਤੋਂ ਪਾਰ ਨਾ ਹੋਇਆ। ਕੋਈ ਗਿਲੇ ਵਾਲੀ ਗੱਲ ਨਹੀਂ। ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਮ੍ਰਿਤ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪਾਨ ਕੀਤਾ ਸੀ, ਉਸੇ ਗੁਰੂ ਦਾ ਉਹਨਾਂ ਹੀ ਬਾਣੀਆਂ ਨਾਲ ਤਿਆਰ ਹੋਇਆ ਅੰਮ੍ਰਿਤ ਦੂਜੇ ਸਿੰਘਾਂ ਵੀ ਪਾਨ ਕੀਤਾ ਸੀ। ਇੱਕ ਵੀ ਨਾ ਪਿੱਛੇ ਰਿਹਾ ਜਿਹੜਾ ਲੀਕ ਤੋਂ ਪਿੱਛੇ ਖਲੋਤਾ ਹੋਇਆ। ਛਾਲਾ ਮਾਰ ਕੇ ਸਿੰਘ ਲੀਕ ਟੱਪ ਗਏ। 1757 ਈਸਵੀ ਦਾ 11 ਨਵੰਬਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਗਏ ਹੋਏ ਸੂਰਮੇ ਛਾਲਾ ਮਾਰ ਕੇ ਉਸ ਲਕੀਰ ਨੂੰ ਪਾਰ ਕਰ ਗਏ। ਇਹ ਸ਼ਹੀਦੀ ਬਾਣੇ ਪਹਿਨ ਕੇ ਚੜੇ ਹੋਏ ਅਕਾਲੀ ਫੌਜਾਂ ਬਾਬਾ ਦੀਪ ਸਿੰਘ ਜੀ ਦੀ ਕਮਾਂਡ ਥੱਲੇ ਅੰਮ੍ਰਿਤਸਰ ਵਾਲੇ ਵਧਣੀਆਂ ਆਰੰਭ ਹੋਈਆਂ। ਜਹਾਨ ਖਾਨ ਨੂੰ ਖਬਰਾਂ ਮਿਲ ਗਈਆਂ, ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼ਹੀਦਾਂ ਦਾ ਕਾਬਲਾ ਲੈ ਕੇ ਹਰਿਮੰਦਰ ਦੀ ਆਜ਼ਾਦੀ ਲਈ ਆ ਰਿਹਾ। ਉਹਨੇ ਗੋਲਵੜ ਦਾ ਮੈਦਾਨ ਚੁਣਿਆ। ਉੱਥੇ ਆਪਣੀ ਫੌਜ ਲੈ ਕੇ ਹਲਾਲੀ ਝੰਡੇ ਦੀ ਥਾਂ ਥੱਲੇ ਕੌਮ ਦੇ ਜਥੇਦਾਰਾਂ ਦੀ ਉਡੀਕ ਕਰ ਰਿਹਾ ਸੀ। ਬਾਬਾ ਦੀਪ ਸਿੰਘ ਸਾਹਿਬ ਜੀ ਗੋਲਵੜ ਦੇ ਮੈਦਾਨ ਵਿੱਚ ਜਾ ਪਹੁੰਚੇ। ਇੱਕ ਪਾਸੇ 40,000 ਦੇ ਕਰੀਬ, ਇੱਕ ਪਾਸੇ ਕੇਵਲ 10,000। ਜਹਾਨ ਖਾਨ ਦੀ ਕਮਾਂਡ ਥੱਲੇ 40,000 ਹੈ, ਬਾਬਾ ਦੀਪ ਸਿੰਘ ਦੀ ਕਮਾਂਡ ਥੱਲੇ 10,000 ਹੈ। ਪਰ ਜਿਹੜਾ 40,000 ਉਹ ਤਨਖਾਹਾਂ ਬਦਲ ਜਾਣ ਵਾਲਾ ਹੈ। ਉਹਨਾਂ ਦੇ ਗੁੱਟਾਂ ਦੇ ਵਧੀਆਂ ਹੋਈਆਂ ਮੌਲੀਆਂ ਦੱਸਦੀਆਂ ਇਹਨਾਂ ਦੀ ਘਰੇ ਕੋਈ ਉਡੀਕ ਕਰਦਾ। ਉਹਨਾਂ ਦੇ ਹੱਥਾਂ ਤੇ ਲੱਗੀ ਹੋਈ ਸ਼ਗਨਾਂ ਦੀ ਮਹਿੰਦੀ ਦੱਸਦੀ ਹੈ ਇਹਨਾਂ ਦੇ ਤਾਜ਼ੇ ਨਿਕਾਹ ਹੋਏ ਨੇ। ਉਹ ਤਨਖਾਹਾਂ ਦੇ ਲੜਨ ਵਾਲੇ ਨੇ ਜਿਹੜੇ ਬਾਬਾ ਦੀਪ ਸਿੰਘ ਦੀ ਕਮਾਂਡ ਥੱਲੇ ਇੱਕ ਕੌਡੀ ਦਾ ਵੀ ਲਾਲਚ ਨਹੀਂ। ਲਾਲਚ ਹੈ ਕਿ ਸ਼ਹੀਦੀ ਬਾਟਾ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਪਈ। ਅਕਾਲੀ ਪਰਚਮ ਲਹਿਰਾ ਰਿਹਾ ਕੇਸਰੀ ਰੰਗ ਦਾ, ਨਗਾਰੇ ਨੇ ਚੋਟ ਪਈ। ਦੁਸ਼ਮਣ ਦੀਆਂ ਸਭਾ ਨੂੰ ਸਾਹਮਣੇ ਵੇਖਿਆ। ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਛੱਡ ਕੇ ਅਕਾਲ ਦੇ ਜੈਕਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀਰ ਯੋਧਿਆਂ ਨੇ ਦੁਸ਼ਮਣ ਤੇ ਹੱਲਾ ਇਹੋ ਕਰ ਦਿੱਤਾ।
ਲਹੂ ਪੀਣੀਆਂ ਮਿਆਨਾਂ ਵਿੱਚੋਂ ਕੱਢ ਕੇ, ਲਹੂ ਪੀਣੀਆਂ ਮਿਆਨਾਂ ਵਿੱਚੋਂ ਕੱਢ ਕੇ ਹੋ ਗਏ ਜ਼ਾਲਮਾਂ ਦੇ ਸਿਰ ਅਸਵਾਰ। ਉਹਨਾਂ ਪੱਥਿਆਂ ਚੋਂ ਕੱਢ ਲੈ ਕਰੂੰਡੀਏ, ਉਹਨਾਂ ਪੱਥਿਆਂ ਚੋਂ ਕੱਢ ਲੈ ਕਰੂੰਡੀਏ, ਚਾਰ ਤਨਖਾਂ ਤੇ ਲਾਈ ਟੁਨਕਾਏ। ਗੋਲੀਆਂ ਗੜੇ ਵਾਂਗ ਵਸਦੇ, ਤੀਰ ਗੋਲੀਆਂ ਗੜੇ ਵਾਂਗ ਵਸਦੇ, ਲਾਏ ਬੈਰੀਆਂ ਦੇ ਜੰਗ ਚ ਸੁਧਾਰ। ਸ਼ੀਤਲ ਕਈਆਂ ਨੂੰ ਚੜਾ ਕੇ ਬੇੜੇ ਮੌਤ ਦੇ, ਸ਼ੀਤਲ ਕਈਆਂ ਨੂੰ ਚੜਾ ਕੇ ਬੇੜੇ ਮੌਤ ਦੇ, ਕੀਤਾ ਜ਼ਿੰਦਗੀ ਦੇ ਸਾਗਰੋਂ ਪਾਰ। ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾਂ ਤੇਰੀਆਂ, ਹਾਂ ਨਿਗਾਹਾਂ ਤੁਰੀਆਂ ਗਾ। ਸਾਹਿਬ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਦਲ ਖਾਲਸੇ ਨੇ ਅਕਾਲੇ ਅਕਾਲ ਦੇ ਜੈਕਾਰੇ ਛੱਡ ਕੇ ਦੁਸ਼ਮਣ ਦੀਆਂ ਸਫਾ ਤੇ ਹੱਲਾ ਬੋਲ ਦਿੱਤਾ। ਤਲਵਾਰਾਂ ਬੇਮਿਆਨ ਹੋਈਆਂ, ਮੈਦਾਨੇ ਜੰਗ ਵਿੱਚ ਇੱਕ ਦੂਜੇ ਦੇ ਬਾਜੂਆਂ ਦੀ ਜ਼ੋਰ ਜਮਾਇਸ਼ ਕੀਤੀ ਜਾ ਰਹੀ। ਸਿੰਘਾਂ ਦੀ ਤੇਗ ਅੱਗੇ ਦੁਸ਼ਮਣ ਦੇ ਕਦਮ ਥਿੜਕਣ ਲੱਗੇ। ਜਹਾਨ ਖਾਨ ਨੇ ਆਖਿਆ ਇਹ ਭੱਜਣ ਨਹੀਂ ਦੇਣਗੇ, ਮੈਦਾਨੇ ਜੰਗ ਵਿੱਚ ਤਨਖਾਹਾਂ ਲੈਂਦੇ ਉਹ ਲੜਨਾ ਪਵੇਗਾ। ਲੜਾਈ ਆਰੰਭ ਹੋਈ। ਅਮੀਰ ਜਾਨ ਖਾਨ ਆਪਣਾ ਹਾਥੀ ਛੇੜ ਕੇ ਬਾਬਾ ਦਿਆਲ ਸਿੰਘ ਸੈਂਸਰੇ ਵਾਲੇ ਵੱਲੇ ਵਧਿਆ। ਸੈਂਸਰਾ ਮਹਾਨ ਨਗਰ ਹੈ ਜਿਹਦਾ ਇਤਿਹਾਸ ਉੱਤੇ ਬੜਾ ਪਿਆਰਾ ਜ਼ਿਕਰ ਆਉਂਦਾ ਹੈ, ਜਿੱਥੇ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮੁਬਾਰਕ ਚਰਨ ਪਾਏ। ਉਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਗਏ। ਉਹਨੂੰ ਗੁਰੂ ਕਾ ਬਾਗ ਕਰਕੇ ਯਾਦ ਕੀਤਾ ਜਾਂਦਾ ਹੈ। ਗੁਰੂ ਕੇ ਬਾਗ ਦਾ ਮੋਰਚਾ ਵੀ ਲੱਗਾ, ਜਿੱਥੇ ਬੀਟੀ ਦੀਆਂ ਡਾਂਗਾਂ ਸਿੱਖਾਂ ਉੱਤੇ ਵਰੀਆਂ ਔਰ ਉਹਨਾਂ ਜ਼ਖਮੀਆਂ ਨੂੰ ਅਟਕ ਜੇਲ੍ਹ ਵਿੱਚ ਸੁੱਟਣ ਵਾਸਤੇ ਲਿਜਾਇਆ ਜਾ ਰਿਹਾ ਸੀ। ਸਰਦਾਰ ਕਰਮ ਸਿੰਘ ਤੇ ਪ੍ਰਤਾਪ ਸਿੰਘ ਨੇ ਇੰਜਣ ਰੋਕਿਆ ਔਰ ਆਪਣੀ ਕੁਰਬਾਨੀ ਦਿੱਤੀ। ਇਹ ਇੱਕ ਵੱਖਰਾ ਵਿਸ਼ਾ ਹੈ। ਸਰਦਾਰ ਗੋਪਾਲ ਸਿੰਘ ਉਸ ਨਗਰ ਦੇ ਰਹਿਣ ਵਾਲੇ ਸਨ। ਅਮੀਰ ਜਾਨ ਖਾਨ ਨੇ ਹਾਥੀ ਦੀ ਅਮਾਰੀ ਵਿੱਚ ਬੈਠੇ ਹੋਏ ਭਾਈ ਦਿਆਲ ਸਿੰਘ ਨੂੰ ਵੰਗਾਰਿਆ। ਲੜਦਿਆਂ ਲੜਦਿਆਂ ਦਿਆਲ ਸਿੰਘ ਸੈਂਸਰੇ ਵਾਲੇ ਦੇ ਹੱਥੋਂ ਅਮੀਰ ਜਾਨ ਖਾਨ ਮਾਰਿਆ ਗਿਆ। ਉਹਦਾ ਬਦਲਾ ਲੈਣ ਵਾਸਤੇ ਦਿਆਲ ਸਿੰਘ ਵੱਲੇ ਰੁਸਤਮ ਖਾਨ ਵਧਿਆ। ਰੁਸਤਮ ਖਾਨ ਜ਼ਬਰਦਸਤ ਖਾਨ ਵਧਿਆ ਤੇ ਜਦੋਂ ਜ਼ਬਰਦਸਤ ਖਾਨ ਅਮੀਰ ਜਾਨ ਖਾਨ ਦਾ ਬਦਲਾ ਲੈਣ ਵਾਸਤੇ ਦਿਆਲ ਸਿੰਘ ਵਾਲੇ ਪਾਸੇ ਵਧਿਆ, ਉਹਦੇ ਮੁਕਾਬਲੇ ਉੱਤੇ ਬਾਬਾ ਬਲਵੰਤ ਸਿੰਘ ਜੀ ਆਏ। ਬਾਬਾ ਬਲਵੰਤ ਸਿੰਘ ਫਰੀਦਕੋਟ ਦੇ ਇਲਾਕੇ ਵਿੱਚ ਇਹਨਾਂ ਦਾ ਪਿੰਡ ਹੈ। ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਪਿੰਡ ਕਿਹੜਾ ਹੈ। ਸਿੱਧੇ ਇਤਿਹਾਸ ਦੀ ਰਿਸਰਚ ਕਰਦਿਆਂ ਜਾਣਕਾਰੀ ਮਿਲ ਜਾਵੇਗੀ। ਉਹ ਬਹਾਦਰ ਸੂਰਮਾ ਜਿਹੜਾ ਤਲਵਾਰ ਚਲਾਉਣ ਤੇ ਜਾਣਦਾ ਸੀ, ਚੱਕਰਧਾਰੀ ਦੇ ਵਰਗਾ ਕੋਈ। ਉਹ ਬਾਬਾ ਬਲਵੰਤ ਸਿੰਘ ਜ਼ਬਰਦਸਤ ਖਾਨ ਦੇ ਮੁਕਾਬਲੇ ਉੱਤੇ ਆਇਆ ਤੇ ਆਖਣ ਲੱਗਾ, ਤੂੰ ਜ਼ਬਰਦਸਤ ਖਾਨ ਹੈ, ਮੈਨੂੰ ਬਲਵੰਤ ਸਿੰਘ ਕਹਿੰਦੇ। ਉਹ ਮਰਦ ਸਦਾਉਂਦੇ ਨਹੀਂ, ਖਾਨਾ ਜੋ ਬਦਲਾ ਨਹੀਂ ਲੈਂਦੇ। ਉਹ ਮੈਂ ਨੱਥ ਪਾ ਦਿਆਂਗਾ, ਲਗਰਾਂ ਚੁਗਦਾ ਰਿਹਾ ਸਨ ਕਰ, ਪਹਿਲਾ ਵਾਰ ਤੂੰ ਦਿਲ ਵਿੱਚ ਮਾਰ ਰਹੇ ਨਾ ਖਾਨਾ। ਜ਼ਬਰਦਸਤ ਖਾਨ ਨੇ ਬਾਬਾ ਬਲਵੰਤ ਸਿੰਘ ਉੱਤੇ ਵਾਰ ਕੀਤਾ। ਬਾਬਾ ਜੀ ਰੋਕਦੇ ਰਹੇ। ਵਾਰੀ ਆਈ ਸੂਰਮੇ ਦੀ। ਤੀਰਾਂ ਦੇ ਵਾਰ ਰੋਕਦਿਆਂ ਆਪਣਾ ਚੱਕਰ ਉਂਗਲੀ ਦੇ ਚੜਾ ਕੇ ਚਲਾਇਆ। ਜ਼ਬਰਦਸਤ ਖਾਨ ਦੀ ਗਰਦਨ ਤੇ ਵਾਰ ਹੋਇਆ, ਧੜ ਨਾਲੋਂ ਸਿਰ ਜੁਦਾ ਹੋਇਆ। ਮਾਰਿਆ ਗਿਆ ਜ਼ਬਰਦਸਤ ਖਾਨ ਮੈਦਾਨੇ ਜੰਗ ਵਿੱਚ। ਔਰ ਭਰਾ ਦਾ ਵੈਰ ਲੈਣ ਵਾਸਤੇ ਬਲਵੰਤ ਸਿੰਘ ਦੇ ਸਾਹਮਣੇ ਉਹਦਾ ਛੋਟਾ ਭਰਾ ਰੁਸਤਮ ਖਾਨ ਆ ਗਿਆ। ਤੇ ਰੁਸਤਮ ਖਾਨ ਨੇ ਆਖਿਆ, ਹੁਣ ਮੈਂ ਭਰਾ ਦਾ ਵੈਰ ਲੈਣ ਵਾਸਤੇ ਮੈਦਾਨੇ ਜੰਗ ਵਿੱਚ ਆਇਆ, ਬਲਵੰਤ ਸਿੰਘਾ ਤਗੜਾ ਹੋ ਜਾ। ਤੇ ਬਲਵੰਤ ਸਿੰਘ ਨੇ ਆਖਿਆ, ਤੇਰੇ ਦਿਲ ਵਿੱਚ ਕੋਈ ਰੀਝ ਬਾਕੀ ਨਾ ਰਹਿ ਜਾਵੇ। ਹੰਕਾਰ ਨਾਲ ਆਫਰਿਆ ਫਿਰਦਾ ਹੈ, ਮੈਂ ਕਲਗੀ ਵਾਲੇ ਪਾਤਸ਼ਾਹ ਦਾ ਸਿੰਘ ਹਾਂ, ਤੂੰ ਆਪਣੀਆਂ ਰੀਝਾਂ ਪੂਰੀਆਂ ਕਰ ਲੈ, ਵਾਰ ਕਰ ਲੈ, ਫਿਰ ਤੇਰੇ ਉੱਤੇ ਵਾਰ ਕਰਾਂਗਾ। ਜਦੋਂ ਵੰਗਾਰਿਆ ਰੁਸਤਮ ਖਾਨ ਨੇ ਬਾਬਾ ਬਲਵੰਤ ਸਿੰਘ ਨੂੰ, ਤੇ ਬਲਵੰਤ ਸਿੰਘ ਨੇ ਆਖਿਆ, ਵਾਰ ਕਰ ਲੈ, ਸਦਰਾਂ ਪੂਰੀਆਂ ਕਰ ਲੈ।
ਹੁਣ ਆਓ ਜਰਾ ਵੇਖੀਏ ਦੋਵੇਂ ਸੂਰਮੇ ਬਰਾਬਰ ਦਾ ਜੋੜ ਮੈਦਾਨੇ ਜੰਗ ਵਿੱਚ ਗਹਿ ਗੱਜ ਲੜਾਈ ਕਿਵੇਂ ਹੁੰਦੀ, ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਹੈ। ਧਨੀ ਤਲਵਾਰ ਦੇ ਦੋਵੇਂ ਸੂਰਮੇ ਇੱਕ ਦੂਜੇ ਨਾਲ ਮੈਦਾਨੇ ਜੰਗ ਵਿੱਚ ਲੜ ਰਹੇ ਨੇ। ਸੀਤਲ ਜੀ ਨੇ ਬੜੀ ਪਿਆਰੀ ਵਾਰ ਲਿਖੀ, ਤੁਹਾਡੀ ਸੇਵਾ ਵਿੱਚ ਅੱਜ ਕੀਤੀ ਜਾ ਰਹੀ ਹੈ, ਸਰਵਣ ਕਰਨਾ ਜੀ, ਇਹੋ ਬੇਨਤੀ ਕੀਤੀ ਜਾਵੇ।
दिन कार सेवा वाले बाबे अवतार सिंह जी घरियाले वालियां ने दास नूं सिख पंथ के महान ढाडी ज्ञानी कुलवंत सिंह जी BA साहब के शगिरद बनाने वास्ते उन्होंने हाजिर किया। तो BA साहब ने मैनू हुक्म किया, काका मेरिया कुछ शर्तां ने, जे शर्तां पूरियां करनियां मेरा शगिरद बन जा, नहीं तो बहुता मैनू उस्तादी का कोई चाह नहीं। मैं क्या आप जी हुक्म करो। उन्हें आख्या हुक्म यही है, जिन्ना चਿਰ स्टेजां उत्ते गाउणा है, शीतल जी ढाडी कला की प्रदर्शनी करते रहे, मैं भी ढाडी कला की प्रदर्शनी करता रहा। तो जे मेरे शगिरद होना है तो ढाडी कला ही गाउणी है, गीत नहीं गाने। जे गीत गाने तो फिर शगिरद ना पवी, जे शगिरद बनना तो मेरा हुक्म मनना पवे। उन्हें अगे सिर झुकाया, उन्होंने जिन्ना जिउंदा है हुक्म मनता रहा। जिहड़ा बंदा मुर्शद का हुक्म नहीं मनता, उस्ताद का हुक्म नहीं मनता, वो दुनिया दी नज़रों में भी गिर जाता, उस्ताद दी नज़रों में भी गिर जाता। सजी मुझी ढाडी गला गाउण का वखरा ही आनंद, केवल गाउण वाले के हिरदे में ही वीर रस नहीं पैदा होता, स्रोते भी मुड़क आ जाता। गीत तो दोपहर बूटी के फुल वर्गे होंगे ने, खिड़े ते मुड़ के मरझा गए। ढाडी कला सदा बहार है। वारां नूं जिन्नी वारी भी सुनोगे तुहानूं आनंद आवेगा, जिवें बाणी नूं बार बार पढ़ोगे आनंद आवेगा, ढाडी वारां नूं बार बार सुनोगे तुहानूं आनंद आवेगा, फिक्का नहीं पवेगा, क्योंकि कला गुरु हरगोबिंद साहब महाराज की नवाजी हुई कला। तो ढाडी कला विचों मिर्जे की चाल में कुछ लाइनां अर्ज कर रहे सन मेरे साथी सरंगी मास्टर भाई सूबा सिंह की शान खूह वाले, दूजा दर्जा वाइस ऑफ पंजाब गुरदेव सिंह तोहफा रतोके वाले, तो भाई सुविंदर सिंह जी वलटोहे वाले। असीं अपने उस्ताद जी का हुक्म मान के ढाडी कला सिख संगतां दे सामने हाजिर करते हैं, और सानूं बड़ा वड्डा मान मिलता है जदों कदे ढाडियां विच बह के विचार हुंदी है तो सारियां नालों माया सानूं संगत ज़्यादा दिंदी, इस करके दिंदी भी असीं ढाडी कला गाउने। जिहड़ा भी ढाडी सिंह ढाडी कला गावेगा, गुरु हरगोबिंद साहब महाराज जी उहदे उत्ते निहायत प्रसन्न होगा, क्योंकि सच्चे पातशाह ने इस कला नाल प्यार किया है, गीतां नाल नहीं। इस करके असीं ढाडी कला गाउने, उस्ताद जी की आग्ञा पा के तुहाडी सेवा विच वार वख-वख वणगियां पेश करते हाँ, जिन्हों आपकी सरवण करके प्रसन्न होंदे हो। तो जिक्र किया जा रहा सी बलवंत सिंह ते रुस्तम खां का मुकाबला है। दोवें सूरमे लड़ रहे हैं, जिथे बलवंत सिंह महान योद्धा है, उत्थे रुस्तम खां विच भी कोई कमी नहीं। लड़दियां लड़दियां दोवां सूरमियां दे सांझे वार हो गए, धड़ नालों सिर जुदा हो गए, तो दोवें धरती ते शहादत का बाटा छक के शहीद हो गए। बाबा बलवंत सिंह जी की याद में गुरुद्वारा बनया पीर साहब, उसके बिल्कुल नज़दीक जरनैली सड़क उत्ते बाबा नौर सिंह का भी समाधा बना। बाबा नौर सिंह साहब जी की टक्कर हुई पट्टी के फौजदार कासम बेग नाल, ते कासम बेग ने बाबा नौर सिंह नूं मुखातब होकर आख्या, जा बुढ़िया जिंदगी के 4 दिन किते कंधां दी छावें बह के गुजार, किसी जवान नूं मेरे मुकाबले उत्ते भेज। बाबा नौर सिंह ने आख्या, भुलेखे का शिकार ना रही, और कासम खान तू अपनी रीझ ला लै, फिर वेखी बुढ़ापे विच किन्ना जोश है। खिदे हुए कासम खान पट्टी वाले ने बाबा नौर सिंह उत्ते 3 वार किए, बाबा जी रोकते रहे। ऐसा भरवां वार किया उस बुजुर्ग ने मैदान जंग में कासम खान का धड़ नालों सिर जुदा करके रखता। फिर दुश्मन इकट्ठे पै गए, तो लड़द्या लड़द्या 93 साल का बाबा नौर सिंह मैदान जंग में शहादत का जाम पी गया, जिथे उन्होंने समाधा बना। हुण नाले दा सिंह लड़ते जाते हैं, नाले दुश्मन नूं अमृतसर वाले अगे लाई जाते। बाबा दीप सिंह साहब जी के मुकाबले उत्ते आ गया ईमान खान, जिथे उन्होंने टक्कर हुई उत्थे गुरुद्वारा टाला साहब अज भी मौजूद है। उत्थे एक टाले का दरख्त सी, जिस दे नज़दीक बाबा दीप सिंह साहब जी ने ईमान खान का जंग होया। दोवें महान सूरमे ने, जहान खान का जरनैल ईमान खान ते कलगी वाले पातशाह का नादी पुत्र बाबा दीप सिंह साहब जी, दोवें एक दूजे ने वंगार के मैदान जंग में लड़ रहे हैं। ढालवी वार में लाइनां अज कीतियां जा रही हैं, तवज्जो दे के सरवण करना जी। एक पासे बाबा दीप सिंह साहब जी, एक पासे ईमान खान, तलवारां बेम्यान होके एक दूजे उत्ते वार है।
ਇਮਾਨ ਖਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮੈਦਾਨੇ ਜੰਗ ਵਿੱਚ ਇੱਕ ਦੂਜੇ ਦੇ ਸਨਮੁਖ ਲੜ ਰਹੇ ਸਨ। ਲੜਦਿਆਂ ਸਾਂਝੇ ਵਾਰ ਨਾਲ ਦੋਨਾਂ ਦੇ ਗਰਦਨਾਂ ਤੇ ਵਾਰ ਹੋਏ ਤੇ ਮੈਦਾਨੇ ਜੰਗ ਵੀ ਟਿਕ। ਸੀਤਲ ਜੀ ਕਹਿੰਦੇ ਵੀ ਹੋਣੀ ਪ੍ਰਗਟ ਆ ਗਈ। ਹੋਣੀ ਨੇ ਆਖਿਆ ਤੈਨੂੰ ਆਖਿਆ ਸੀ ਨਾ ਦੀਪ ਸਿੰਘ ਮੈਂ ਕਿਸੇ ਦੀ ਅਰਦਾਸ ਪੂਰਨੇ ਹੋਣ ਦਿੰਦੀ। ਜੋਗੀ ਸਾਹਿਬ ਕਹਿੰਦੇ ਵੀ ਲਾਗੇ ਨਿਹੰਗ ਸਿੰਘ ਨੇ ਆਖਿਆ ਹੋਣੀਆਂ ਇਹਦੇ ਬਾਬੇ ਦੀਪ ਸਿੰਘ ਦਾ ਕੀ ਵਿਗੜਿਆ। ਸਿੰਘ ਦਾ 3 ਦਿਨਾਂ ਦਾ ਸ਼ਹੀਦ ਹੋਇਆ ਹੋਵੇ ਦੁਸ਼ਮਣ ਦੇ ਗਲ ਪੈਣ ਲਈ ਤਿਆਰ ਹੋ ਜਾਂਦਾ ਹੈ। ਬਾਬਾ ਜੀ ਦਾ ਤਾਜ਼ੇ ਸ਼ਹੀਦ ਹੋਏ। ਇਤਿਹਾਸ ਦੇ ਪੰਨਿਆਂ ਦੇ ਜ਼ਿਕਰ ਆਉਂਦਾ ਹੈ ਬਾਬਾ ਜੀ ਦਾ ਸਰੀਰ ਹਰਕਤ ਵਿੱਚ ਆਇਆ। ਉੱਠੇ ਬਾਬਾ ਦੀਪ ਸਿੰਘ ਸਾਹਿਬ ਜੀ ਇਮਾਨ ਖਾਨ ਨਾਲ ਤਲਵਾਰ ਨਾਲ ਲੜ ਰਹੇ ਸਨ। ਬਾਬਾ ਜੀ ਦੀ ਢਾਕ ਤੇ 18 ਸੇਰ ਦਾ ਖੰਡਾ ਸੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਤੇ ਰੱਖ ਲਿਆ, ਸੱਜੇ ਹੱਥ ਵਿੱਚ ਖੰਡਾ ਫੜ ਲਿਆ। ਹੁਣ ਦੁਸ਼ਮਣ ਦੀਆਂ ਸਭਾ ਦਾ ਸਿੰਘਾਂ ਦੇ ਸਾਹਮਣੇ ਦੌੜਦੀਆਂ ਜਾਂਦੀਆਂ ਸਨ। ਜਦੋਂ ਬੰਦਾ ਸ਼ਹੀਦ ਹੋਇਆ ਉੱਠ ਕੇ ਲੜਨ ਲੱਗ ਪਵੇ ਫਿਰ ਤਾਂ ਬਿਪਤਾ ਇਸ ਤੋਂ ਵੱਡੀ ਹੋਰ ਕਿਹੜੀ ਹੋ ਸਕਦੀ। ਬਾਬਾ ਦੀਪ ਸਿੰਘ ਸਾਹਿਬ ਜੀ 18 ਸੇਰ ਦਾ ਖੰਡਾ ਫੜ ਕੇ ਲੜ ਰਹੇ ਨੇ। ਹਾਏ ਅੱਲਾ ਜਾਨ ਬਚਾ ਰਹੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦੁਸ਼ਮਣ ਦੌੜਦਾ ਜਾਂਦਾ ਸੀ। ਗੁਰੂ ਕੇ ਅਕਾਲੀ ਸਿੰਘ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਲਾਡਲੇ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਸਰ ਵੱਲੇ ਵੱਧਦੇ ਜਾ ਰਹੇ ਸਨ। ਆਖਰਕਾਰ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਸੰਪੂਰਨ ਹੋਈ। ਜਹਾਨ ਖਾਨ ਦੇ ਝੰਡੇ ਪੁੱਟ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣਾ ਜਾਤ ਸੀਸ ਭੇਟਾ ਕੀਤਾ। ਜਿੱਥੇ ਬਾਬਾ ਜੀ ਨੇ ਸੀਸ ਭੇਟਾ ਕੀਤਾ ਉਹ ਸਥਾਨ ਤੁਸੀਂ ਦਰਸ਼ਨ ਕਰਦਿਆਂ ਵੇਖਿਆ ਹੋਵੇਗਾ। ਤੇ ਜਿੱਥੇ ਬਾਬਾ ਜੀ ਦੇ ਧੜ ਤੇ ਸੀਸ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਬਣਿਆ। ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਜੋ ਪਹਿਲਾਂ ਅੰਮ੍ਰਿਤਸਰ ਦਾ ਸ਼ਮਸ਼ਾਨ ਘਾਟ ਸੀ, ਅੱਜ ਵੀ ਹੈ। ਉਹ ਥੋੜਾ ਜਿਹਾ ਲਾਗੇ ਵੱਖਰਾ ਬਣ ਗਿਆ। ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਔਰ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਕਿੰਨੇ ਸੀਸ ਬਾਬਾ ਦੀਪ ਸਿੰਘ ਸਾਹਿਬ ਨੂੰ ਰੋਜ਼ਾਨਾ ਚੁੱਕਦੇ ਹੋਣਗੇ ਇਹ ਕਹਿਣ ਕਤਨ ਤੋਂ ਬਾਹਰ ਹੀ ਕਰ। ਲੋਕ ਦਸਵੰਧ ਦੇ ਰੂਪ ਵਿੱਚ ਭੇਟਾਵਾਂ ਉੱਥੇ ਲੈ ਕੇ ਜਾਂਦੇ। ਇੱਕ ਗੱਲ ਹੋਰ ਕਹਿ ਕੇ ਤੁਹਾਥੋਂ ਆਗਿਆ ਮੰਗਾਂਗਾ। ਇਹ ਗੱਲ ਮੈਂ ਕਿਤੇ ਪੜ੍ਹੀ ਨਹੀਂ, ਆਪਣੇ ਕੰਨਾਂ ਨਾਲ ਸੁਣੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਟੇਜ ਉੱਤੇ ਅਕਸਰ ਇੱਕ ਗੱਲ ਆਖਿਆ ਕਰਦੇ ਸਨ ਜਿਹੜੀ ਮੈਂ ਬਹੁਤ ਵਾਰੀ ਸੁਣੀ। ਬਾਬਾ ਜੀ ਕਿਹਾ ਕਰਦੇ ਸਨ ਬੰਦੇ ਨੂੰ ਲੋੜ ਹੋਵੇ ਉਹ ਕਿਸੇ ਮਹਾਤਮਾ ਕੋਲੋਂ ਅਰਦਾਸ ਕਰਾਵੇ, ਸ਼ਾਇਦ ਉਹਦੀ ਅਰਦਾਸ ਪੂਰੀ ਨਾ ਹੋਏ। ਕੋਈ ਬੰਦਾ ਜਾ ਕੇ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਅਰਦਾਸ ਕਰੇ ਤੇ ਅਰਦਾਸ ਪੂਰੀ ਹੋ ਜਾਵੇਗੀ। ਸੰਤ ਦੀ ਅਰਦਾਸ ਸ਼ਾਇਦ ਨਾ ਪੂਰੀ ਹੋਵੇ ਕਿਉਂਕਿ ਸੰਤ ਬੰਦਗੀ ਕਰਦਾ ਆਪਣੇ ਲਈ ਕਰਦਾ ਹੈ, ਲੋਕਾਂ ਦੇ ਭਲੇ ਲਈ ਕਰਦਾ। ਪਰ ਜੀਵਨ ਦਾ ਬਲੀਦਾਨ ਦੇਣਾ ਬੜੀ ਔਖੀ ਬਾਤ ਹੈ। ਸ਼ਹੀਦ ਬੰਦਗੀ ਵੀ ਕਰਦਾ ਹੈ, ਆਪਣੇ ਧਰਮ ਤੋਂ ਆਪਾਂ ਵੀ ਕੁਰਬਾਨ ਕਰ ਦਿੰਦਾ ਹੈ। ਜਿਸ ਬੰਦੇ ਨੂੰ ਪੁੱਛਿਆ ਜਾਵੇ ਵੀ ਸਾਰਿਆਂ ਨਾਲੋਂ ਕੀਮਤੀ ਚੀਜ਼ ਕਿਹੜੀ ਹੈ, ਉਹਦੀ ਆਪਣੀ ਜ਼ਿੰਦਗੀ ਹੈ। ਤੇ ਸ਼ਹੀਦ ਆਪਣੇ ਇਸ਼ਟ ਦੀ ਖਾਤਰ, ਆਪਣੇ ਧਰਮ ਦੀ ਖਾਤਰ ਆਪਣੀ ਜ਼ਿੰਦਗੀ ਦੀ ਬਾਜੀ ਲਾ ਦਿੰਦਾ। ਬਾਬਾ ਦੀਪ ਸਿੰਘ ਤੇ ਹੋਰ ਸ਼ਹੀਦਾਂ ਦੀਆਂ ਬਾਰਗਾਹਾਂ ਤੇ ਐਵੇਂ ਥੋੜਾ ਲੋਕ ਖੰਡ ਪਾਠ ਕਰਾਉਂਦੇ ਨੇ ਤੇ ਆ ਕੇ ਭੇਟਾਵਾਂ ਚੜਾਉਂਦੇ ਨੇ। ਸੱਚਮੁੱਚ ਹੀ ਇੱਥੋਂ ਲੋੜਾਂ ਪੂਰੀਆਂ ਹੋ ਜਾਂਦੀਆਂ। ਇਹ ਵੀ ਗੁਰਦੁਆਰਾ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਸਮੇਂ ਦੇ ਅਜੋਕੇ ਸ਼ਹੀਦ, ਉਹਨਾਂ ਦੀ ਯਾਦ ਵਿੱਚ ਯਾਦਗਾਰ ਵੀ ਬਾਹਰ ਬਣੀ ਹੈ। ਇਸੇ ਕਰਕੇ ਸੰਗਤ ਦਾ ਇਕੱਠ ਬਾਕੀ ਗੁਰਦੁਆਰਿਆਂ ਨਾਲੋਂ ਇੱਥੇ ਜ਼ਿਆਦਾ ਹੁੰਦਾ। ਅਰਦਾਸਾਂ ਵੀ ਜ਼ਿਆਦੀਆਂ ਹੁੰਦੀਆਂ ਨੇ, ਤਾਂ ਹੀ ਭਾਗ ਲੱਗਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਦੇ। ਸ਼ਹੀਦਾਂ ਦੇ ਦਰਬਾਰ 'ਚ ਆਇਆ ਹੋਇਆ ਬੰਦਾ ਅਰਦਾਸ ਕਰਕੇ ਖਾਲੀ ਨਹੀਂ ਮੁੜਦਾ, ਕਿਰਪਾ ਹੋ ਜਾਂਦੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਅਨੇਕਾਂ ਅਰਦਾਸਾਂ। ਜਦੋਂ ਬਾਬਾ ਜੀ ਦਾ ਜਨਮ ਦਿਨ ਆਉਂਦਾ ਹੈ ਪਊਵਿੰਡ ਦੀ ਧਰਤੀ ਤੇ ਬਹੁਤ ਹੀ ਭਾਰਾ ਇਕੱਠ ਹੁੰਦਾ ਹੈ। ਇੰਝ ਲੱਗਦਾ ਜਿਵੇਂ ਸਾਰਾ ਵਿਸ਼ਵ ਇਕੱਠਾ ਹੋ ਗਿਆ। ਜਿਨ੍ਹਾਂ ਨੇ ਕੁਰਬਾਨੀ ਕੀਤੀ ਹੋਵੇ ਉਹਨਾਂ ਦੀ ਯਾਦ ਵਿੱਚ ਮੇਲੇ ਲੱਗਦੇ ਨੇ। ਜਿਨ੍ਹਾਂ ਨੇ ਗਦਾਰੀ ਕੀਤੀ ਹੋਵੇ, ਧਰੋਹ ਕੀਤਾ ਹੋਵੇ ਕੌਮ ਨਾਲ, ਉਹਨਾਂ ਦੇ ਮੱਥੇ ਤੇ ਕਾਲਕ ਦਾ ਟਿੱਕਾ ਲੱਗਦਾ ਹੈ ਔਰ ਉਹਨਾਂ ਦੇ ਜਿਉਂਦਿਆਂ ਦੇ ਪੁਤਲੇ ਬਣਾ ਕੇ ਲੋਕ ਫੂਕਦੇ ਨੇ। ਕੁਰਬਾਨੀ ਕਰਨ ਵਾਲਿਆਂ ਨੂੰ ਯਾਦ ਕਰਦੇ ਨੇ। ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਮਾੜਾ ਕਰਮ ਨਹੀਂ, ਚੰਗਾ ਹੀ ਕਰਨਾ ਚਾਹੀਦਾ ਹੈ। ਮੇਰੇ ਗੁਰੂ ਦਾ ਹੁਕਮ ਹੈ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤਾ। ਇਤਿਹਾਸ ਕਹਿੰਦੇ ਅਸੀਂ ਬਹੁਤ ਗਲਤੀਆਂ ਕਰ ਗਏ ਹੋਵਾਂਗੇ, ਨਜ਼ਰ ਅੰਦਾਜ਼ ਕਰਿਓ। ਸਾਡੇ ਹੱਕ ਵਿੱਚ ਅਰਦਾਸ ਕਰਿਓ। ਕੱਲ ਦੁਪਹਿਰ ਦਾ ਦੀਵਾਨ ਲਾ ਕੇ ਆਪ ਜੀ ਤੋਂ ਰੁਖਸਤ ਲੈ ਜਾਣੀ ਹੈ। 1 ਮਹੀਨਾ ਤੇ 7 ਦਿਨ ਵਾਸਤੇ ਅਸੀਂ ਟਰਾਂਟੋ ਚਲੇ ਜਾਣਾ ਹੈ, ਮਾਰਟਨ ਗੁਰਦੁਆਰੇ ਸਿੰਘ ਸਭਾ ਵਿਖੇ। ਉੱਥੋਂ ਫਿਰ ਵਾਪਸ ਆ ਕੇ 7 ਦਿਨ ਦਾ ਦੀਵਾਨ ਕਰਕੇ ਗੁਰੂ ਨਾਨਕ ਸਿੰਘ ਗੁਰਦੁਆਰਾ ਡੈਲਟਾ ਸਰੀ ਫਿਰ ਅਸੀਂ ਵਾਪਸ ਚਲੇ ਜਾਣਾ। ਫਿਰ ਜਦੋਂ ਵਾਹਿਗੁਰੂ ਨੂੰ ਪਾਇਆ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੁਸੀਂ ਬੜਾ ਪਿਆਰ ਦਿੰਦੇ ਹੋ। ਅਸੀਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਜੀ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ